Hello dear students, myself Nitya Gupta from St. Xavier Convent School, Barnala. During this time of period when the lockdown is going on and the study is very tough for the students, we have started the online session for the students. This will help you, I think, in a very good manner. In this chapter, there are only four major characters. One is Antonio, the opponent Shylock, and Portia and Bassanio. Portia and her husband Bassanio, and some 2 or 3 minor characters are here. When we will read this chapter, you will come to know about those characters. Firstly, have you opened your book on the page number 17? Okay, now we will read the chapter, The Merchant of Venice. We like our friends because we share common interest. Students, I would like to explain the chapter in the Punjabi language so that you can ਅੰਡਰਸਟੈਂਡ ਦਾ ਚੈਪਟਰ ਥੋਰਲੀ। ਆਪਾਂ ਸਾਰੇ ਜਣੇ ਜਿਹੜੇ ਹੈਗੇ ਆ ਫਰੈਂਡਸ ਕਿਉਂ ਬਣਾਉਂਦੇ ਆ, ਕਿਵੇਂ ਆਪਣੇ ਫਰੈਂਡਸ ਬਣਦੇ ਆ? ਆਪਣੇ ਫਰੈਂਡਸ ਤਾਂ ਬਣਦੇ ਆ ਜਦੋਂ ਆਪਣਾ ਦੋਹਾਂ ਪਾਸੇ ਜਿਹੜਾ ਹੈਗਾ ਕਾਮਨ ਸ਼ੇਅਰਿੰਗ ਹੁੰਦਾ, ਕਾਮਨ ਇੰਟਰਸਟ ਹੁੰਦਾ, ਉੱਥੇ ਆਪਣੀ ਫਰੈਂਡਸ਼ਿਪ ਹੁੰਦੀ ਹੈ। ਥਿੰਕ ਅਬਾਊਟ ਯੂਰ ਬੈਸਟ ਫਰੈਂਡ। ਤੁਸੀਂ ਆਪਣੇ ਸਭ ਤੋਂ ਅੱਛੇ ਔਰ ਸਭ ਤੋਂ ਸੱਚੇ ਦੋਸਤ ਬਾਰੇ ਸੋਚੋ ਐਂਡ ਮੇਕ ਅ ਲਿਸਟ ਆਫ 3 ਥਿੰਗਸ। ਤੇ 3 ਚੀਜ਼ਾਂ ਦੀ ਲਿਸਟ ਬਣਾਓ, ਯੂ ਲਾਈਕ ਐਂਡ 3 ਥਿੰਗਸ ਯੂ ਵੁੱਡ ਵਾਂਟ ਹਰ ਟੂ ਚੇਂਜ। ਤੁਸੀਂ ਇਹੋ ਜਿਹੀ 3 ਚੀਜ਼ਾਂ ਦੀ ਲਿਸਟ ਬਣਾਓ ਜਿਹਦੇ ਵਿੱਚ ਤੁਸੀਂ ਆਪਣੇ ਫਰੈਂਡ ਦੇ ਵਿੱਚ ਉਹ ਉਸਦਾ ਬਿਹੇਵੀਅਰ, ਉਸਦੀ ਜਿਹੜੀ ਨੇਚਰ ਹੈ ਉਸਨੂੰ ਪਸੰਦ ਨਹੀਂ ਕਰਦੇ ਅਤੇ ਉਸਨੂੰ ਚੇਂਜ ਕਰਨਾ ਚਾਹੁੰਦੇ ਹੋ। ਨਾਓ ਫਸਟ ਇਜ਼ ਸਟਾਰਟਿੰਗ, ਵੀ ਆਰ ਗੋਇੰਗ ਟੂ ਸਟਾਰਟ ਦਿਸ ਚੈਪਟਰ। See, The Merchant of Venice from Tales of Shakespeare by the brother and sister writing team Charles and Mary Lamb। ਇਹ ਮਰਚੈਂਟ ਆਫ ਵੈਨਿਸ ਜਿਹੜਾ ਹੈਗਾ ਇਹ ਕਹਾਣੀ ਹੈ ਇੱਕ ਛੋਟੀ ਜੀ ਸ਼ੇਕਸਪੀਅਰ ਦੇ ਨਾਵਲ 'ਚੋਂ ਲਿੱਤੀ ਹੋਈ ਕਹਾਣੀ ਹੈ। ਸ਼ੇਕਸਪੀਅਰ ਨੇ ਇੱਕ ਨਾਵਲ ਲਿਖਿਆ ਮਰਚੈਂਟ ਆਫ ਵੈਨਿਸ। ਉਸ ਮਰਚੈਂਟ ਆਫ ਵੈਨਿਸ ਦੇ ਵਿੱਚੋਂ ਇੱਕ ਲਿੱਤੀ ਛੋਟੀ ਜੀ ਕਹਾਣੀ ਹੈ, ਇੱਕ ਬ੍ਰਦਰ ਅਤੇ ਸਿਸਟਰ ਦੀ ਕਹਾਣੀ ਹੈ, ਚਾਰਲਸ ਔਰ ਮੈਰੀ ਲੈਂਬ। ਦ ਮਰਚੈਂਟ ਆਫ ਵੈਨਿਸ ਵਾਜ਼ ਅ ਪਲੇ ਰਿਟਨ ਬਾਈ ਸ਼ੇਕਸਪੀਅਰ ਬਿਟਵੀਨ 1596 ਐਂਡ 1598। 1596 ਤੋਂ ਲੈ ਕੇ 1598 2 ਸਾਲਾਂ ਦੇ ਵਿੱਚ ਸ਼ੇਕਸਪੀਅਰ ਨੇ ਆਪਣਾ ਇਹ ਨਾਵਲ ਪੂਰਾ ਕੀਤਾ। ਸ਼ੇਕਸਪੀਅਰ ਵਾਜ਼ ਅ ਫੇਮਸ ਇੰਗਲਿਸ਼ ਪਲੇ ਰਾਈਟ ਅਰਾਊਂਡ 200 ਈਅਰਸ ਲੇਟਰ। ਤਕਰੀਬਨ 200 ਸਾਲ ਦੇ ਪਹਿਲਾਂ ਜਿਹੜਾ ਸੀ ਸ਼ੇਕਸਪੀਅਰ ਨੇ ਆਪਣਾ ਇਹ ਇੱਕ ਇੰਗਲਿਸ਼ ਪਲੇ ਰਾਈਟ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ। ਚਾਰਲਸ ਐਂਡ ਮੈਰੀ ਲੈਂਬ ਡਿਸਾਈਡਡ ਟੂ ਇੰਟਰੋਡਿਊਸ ਸ਼ੇਕਸਪੀਅਰਸ ਪਲੇ। 2 ਬ੍ਰਦਰ ਸਿਸਟਰ ਸੀ, ਚਾਰਲਸ ਔਰ ਮੈਰੀ ਲੈਂਬ, ਜਿਨ੍ਹਾਂ ਨੇ ਡਿਸਾਈਡ ਕੀਤਾ ਕਿ ਅਸੀਂ ਜਿਹੜਾ ਹੈਗਾ ਸ਼ੇਕਸਪੀਅਰ ਦੇ ਨਾਵਲਸ ਨੂੰ ਰੀਪ੍ਰਜੈਂਟ ਕਰਾਂਗੇ ਟੂ ਦ ਚਿਲਡਰਨ ਇਨ ਪ੍ਰੋਜ਼ ਫੋਰਮ। ਉਹਨਾਂ ਨੇ ਇਹ ਛੋਟੀ ਜਿਹੀ ਕਹਾਣੀ ਜਿਹੜੀ ਹੈਗੀ ਬੱਚਿਆਂ ਦੇ ਸਾਹਮਣੇ ਇੱਕ ਪ੍ਰੋਜ਼ ਦੇ ਰੂਪ 'ਚ ਰੱਖੀ ਐਂਡ ਸੋ ਦੇ ਰੋਟ ਟੇਲਸ ਫਰੋਮ ਸ਼ੇਕਸਪੀਅਰ। ਇਸ ਤਰ੍ਹਾਂ ਛੋਟੀਆਂ ਕਹਾਣੀਆਂ ਹੋਰ ਵੀ ਨੇ ਜਿਹੜੀਆਂ ਕਿ ਸ਼ੇਕਸਪੀਅਰ ਦੇ ਨਾਵਲ ਦੇ ਵਿੱਚੋਂ ਲਿੱਤੀਆਂ ਗਈਆਂ ਨੇ। ਦ ਬੁੱਕ ਬੀਕੇਮ ਪੋਪੂਲਰ ਵਿਦ ਬੋਥ ਦ ਯੰਗ ਐਂਡ ਦ ਓਲਡ। ਇਹ ਜਿਹੜੀ ਬੁੱਕ ਸੀਗੀ ਬਹੁਤ ਜ਼ਿਆਦਾ ਪੋਪੂਲਰ ਹੋ ਗਈ ਜਾ ਕੇ। ਇਹ ਬੁੱਕ ਜਿਹੜੀ ਸੀ ਬਹੁਤ ਜ਼ਿਆਦਾ ਪੋਪੂਲਰ ਹੋਈ ਅੱਗੇ ਜਾ ਕੇ। ਇਹ ਬੁੱਕ ਨੌਜਵਾਨਾਂ ਨੇ ਵੀ ਪਸੰਦ ਕੀਤੀ ਅਤੇ ਬਜ਼ੁਰਗਾਂ ਨੇ ਵੀ ਪਸੰਦ ਕੀਤੀ। ਯੈਸ, ਨਾਓ ਵੀ ਆਰ ਗੋਇੰਗ ਟੂ ਸਟਾਰਟ ਦਾ ਸਟੋਰੀ। ਸ਼ਾਇਲੋਕ ਅ ਵੈਲਦੀ ਯੂਜ਼ਰਰ ਲਿਵਡ ਇਨ ਵੈਨਿਸ। ਸ਼ਾਇਲੋਕ ਜਿਹੜਾ ਕਿ ਬੜਾ ਹੀ ਰਿਚ ਬੰਦਾ ਹੁੰਦਾ। ਯੂਜ਼ਰਰ ਮਤਲਬ ਬਹੁਤ ਜ਼ਿਆਦਾ ਮਨੀ ਲੈਂਡਰ ਵੀ ਕੈਨ ਸੇ। ਇੱਕ ਰਿਚ ਪਰਸਨ ਹੈ, ਮਨੀ ਲੈਂਡਰ ਹੈ ਜਿਹੜਾ ਕਿ ਵੈਨਿਸ ਦੇ ਵਿੱਚ ਰਹਿੰਦਾ। ਹੀ ਯੂਜ਼ਡ ਟੂ ਲੈਂਡ ਮਨੀ ਐਟ ਵੈਰੀ ਹਾਈ ਰੇਟਸ ਆਫ ਇੰਟਰਸਟ। ਉਹ ਲੋਕਾਂ ਨੂੰ ਪੈਸਾ ਉਧਾਰ ਦਿੰਦਾ ਉੱਚੇ ਵਿਆਜ ਦੀ ਦਰ ਦੇ ਉੱਤੇ ਟੂ ਲੋਕਲ ਮਰਚੈਂਟਸ, ਅਤੇ ਛੋਟੇ ਵਪਾਰੀਆਂ ਨੂੰ ਵੀ ਉਹ ਪੈਸਾ ਉਧਾਰ ਦਿੰਦਾ। ਹੀ ਵਾਜ਼ ਅ ਹਾਰਡ ਹਾਰਟਿਡ ਮੈਨ। so many people are kind hearted but Shylock was hard hearted। ਸਖਤ ਦਿਲ ਦਾ ਇਨਸਾਨ ਸੀ ਉਹ and was disliked by all good men particularly by Antonio। ਅਤੇ ਵੈਨਿਸ ਦੇ ਵਿੱਚ ਮੋਸਟਲੀ ਲੋਕ ਜਿਹੜੇ ਸੀ ਉਹਨੂੰ ਨਾ ਪਸੰਦ ਕਰਦੇ ਸੀ, ਪਰਟੀਕੂਲਰਲੀ ਸਪੈਸ਼ਲੀ ਅੰਟੋਨੀਓ ਜਿਹੜਾ ਸੀ ਉਹਨਾਂ ਨੂੰ ਨਾ ਪਸੰਦ ਕਰਦਾ ਸੀ। ਆ ਯੰਗ ਮਰਚੈਂਟ ਆਫ ਵੈਨਿਸ ਸੀ। ਅੰਟੋਨੀਓ ਵੀ ਜਿਹੜਾ ਸੀ ਉਹ ਵੈਨਿਸ ਦਾ ਇੱਕ ਨੌਜਵਾਨ ਵਪਾਰੀ ਸੀ। Shylock too hated Antonio because the latter used to lend money to people when they were in trouble। ਸ਼ਾਇਲੋਕ ਐਂਟੋਨੀਓ ਨੂੰ ਬਹੁਤ ਜ਼ਿਆਦਾ ਨਾਪਸੰਦ ਕਰਦਾ ਸੀ। ਕਿਉਂਕਿ ਐਂਟੋਨੀਓ ਲੋਕਾਂ ਨੂੰ ਉਦੋਂ ਪੈਸਾ ਉਧਾਰ ਦਿੰਦਾ ਸੀ ਜਦੋਂ ਲੋਕ ਮੁਸੀਬਤ ਵਿੱਚ ਹੁੰਦੇ ਸੀ ਐਂਡ ਵੁੱਡ ਨੈਵਰ ਟੇਕ ਐਨੀ ਇੰਟਰਸਟ ਫॉर ਦ ਮਨੀ ਹੀ ਲੈਂਟ। ਅਤੇ ਜਿਹੜਾ ਪੈਸਾ ਐਂਟੋਨੀਓ ਲੋਕਾਂ ਨੂੰ ਉਧਾਰ ਦਿੰਦਾ ਸੀ ਉਹਦੇ ਬਦਲੇ ਦੇ ਵਿੱਚ ਉਹ ਉਹਨਾਂ ਤੋਂ ਵਿਆਜ ਬਿਲਕੁਲ ਵੀ ਨਹੀਂ ਲੈਂਦਾ ਸੀ। Antonio was a kind man and was greatly loved by his all fellow citizens। Antonio ਜਿਹੜਾ ਸੀ ਬੜਾ ਹੀ ਜਿਹੜਾ ਸੀਗਾ ਦਿਆਲੂ ਕਿਸਮ ਦਾ ਬੰਦਾ ਸੀ ਅਤੇ greatly loved by all his fellow citizens। ਆਪਣੇ ਜਿਹੜੇ ਸ਼ਹਿਰ ਦੇ ਵੈਨਿਸ ਦੇ ਲੋਕ ਸੀ ਉਹ ਉਸਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ। His dearest friend Bassanio,
ਉਹਦਾ ਇੱਕ ਖਾਸ ਦੋਸਤ ਸੀ ਬਸਾਨੀਓ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੇਜਰ ਕਰੈਕਟਰ ਸੀ ਬਸਾਨੀਓ। ਉਹਦਾ ਆਪਣਾ ਇੱਕ ਜਿਹੜਾ ਸੀ ਬਹੁਤ ਅੱਛਾ ਫਰੈਂਡ ਸੀ, ਹੂ ਹੈਡ ਨੀਅਰਲੀ ਸਪੈਂਟ ਆਲ ਹਿਜ਼ ਫੋਰਚੂਨ ਬਾਈ ਲਿਵਿੰਗ ਇਨ ਅ ਵੈਰੀ ਲੈਵਿਸ਼ ਮੈਨਰ। ਬਸਾਨੀਓ ਜਿਹੜਾ ਸੀਗਾ ਵੈਸੇ ਬੇਸਿਕਲੀ ਉਹ ਜਿਹੜਾ ਸੀਗਾ ਗਰੀਬ ਦਿਖਾਇਆ ਇਹਦੇ ਵਿੱਚ, ਆਪਣੇ ਨਾਵਲ ਦੇ ਵਿੱਚ, ਕਹਾਣੀ ਦੇ ਵਿੱਚ ਬੜਾ ਗਰੀਬ ਦਿਖਾਇਆ, ਲੇਕਿਨ ਉਹਨੂੰ ਜਿਹੜਾ ਸੀਗਾ ਆਪਣੀ ਜ਼ਿੰਦਗੀ ਨੂੰ ਬੜਾ ਲੈਵਿਸ਼ ਮੈਨਰ ਦੇ ਵਿੱਚ ਗੁਜ਼ਾਰਨੀ ਪਸੰਦ ਕਰਦਾ ਸੀ। ਲੈਵਿਸ਼ ਮੈਨਰ ਮਤਲਬ ਬੜੀ ਆਰਾਮਦਾਇਕ ਉਹਦੀ ਜ਼ਿੰਦਗੀ ਸੀ, ਉਸਨੂੰ ਉਹ ਉਵੇਂ ਹੀ ਗੁਜ਼ਾਰਨਾ ਪਸੰਦ ਕਰਦਾ ਸੀ। ਵਾਜ਼ ਓਫਨ ਇਨ ਨੀਡ ਆਫ ਮਨੀ, ਹਮੇਸ਼ਾ ਅਕਸਰ ਉਹ ਪੈਸੇ ਦੀ ਉਹਨੂੰ ਜ਼ਰੂਰਤ ਰਹਿੰਦੀ ਸੀ। ਅੰਟੋਨੀਓ ਅਸਿਸਟਡ ਹਿਮ ਐਵਰੀ ਨਾਓ ਐਂਡ ਦੈਨ, ਅੰਟੋਨੀਓ ਬਾਰ-ਬਾਰ ਹਰ ਰੋਜ਼ ਉਹਨੂੰ ਬਾਰ-ਬਾਰ ਜਿਹੜਾ ਸੀਗਾ ਸਲਾਹ ਵੀ ਦਿੰਦਾ ਰਹਿੰਦਾ ਸੀਗਾ। ਵਨ ਡੇ ਬਸਾਨੀਓ ਕੇਮ ਟੂ ਅੰਟਾਨੀਓ, ਇੱਕ ਦਿਨ ਬਸਾਨੀਓ ਅੰਟਾਨੀਓ ਕੋਲ ਗਿਆ ਐਂਡ ਟੋਲਡ ਹਿਮ ਦੈਟ ਹੀ ਵਿਸ਼ਡ ਟੂ ਮੈਰੀ ਅ ਲੇਡੀ, ਕਹਿੰਦਾ ਵੀ ਮੈਂ ਇੱਕ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ, whom he dearly loved, ਜਿਸਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਹੈ, and whose father had left her a large estate, ਅਤੇ ਉਸ ਦੇ ਪਿਤਾ ਮਰਨ ਤੋਂ ਪਹਿਲਾਂ ਉਸ ਦੇ ਲਈ ਇੱਕ ਬੜੀ ਸਾਰੀ ਜ਼ਮੀਨ ਜਾਇਦਾਦ ਜਿਹੜੀ ਹੈਗੀ ਉਹ ਛੋੜ ਕੇ ਗਏ ਨੇ। ਬਟ ਨਾਟ ਹੈਵਿੰਗ ਮਨੀ ਟੂ ਫਰਨਿਸ਼ ਹਿਮਸੈਲਫ ਸੂਟੇਬਲੀ ਟੂ ਮੈਰੀ ਸਚ ਅ ਰਿਚ ਹਾਇਰਸ, ਅਤੇ ਉਹ ਕਹਿ ਰਿਹਾ ਵੀ ਲੇਕਿਨ ਬਟ ਨਾਟ ਹੈਵਿੰਗ ਮਨੀ, ਉਹ ਕਹਿੰਦਾ ਪਰ ਮੇਰੇ ਕੋਲ ਪੈਸੇ ਨਹੀਂ ਹੈਗੇ ਕਿ ਫਰਨਿਸ਼ ਮੀਨਸ ਅਫੋਰਡ ਕਰਨਾ, ਕਿ ਮੈਂ ਅਫੋਰਡ ਕਰ ਸਕਾਂ ਵੀ ਉਸ ਨਾਲ ਮੈਰਿਜ ਕਰਨ ਤੋਂ। ਕਿਉਂ? ਕਿਉਂਕਿ ਉਹ ਸ਼ੀ ਇਜ਼ ਸਚ ਏ ਰਿਚ ਹਾਇਰਸ, ਉਹ ਬਹੁਤ ਬੜੀ ਜਾਇਦਾਦ ਦੀ ਮਾਲਕਿਨ ਹੈ। ਹੀ ਅਪਰੋਚਡ ਐਂਟੋਨੀਓ ਟੂ ਲੈਂਡ ਹਿਮ 3000 ਡਕਟਸ, ਉਹ ਐਂਟੋਨੀਓ ਕੋਲ ਜਾਂਦਾ ਕਿ ਮੈਨੂੰ 3000 ਜਿਹੜੇ ਡਕਟਸ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੇ ਲੰਡਨ ਦੀ ਇੱਕ ਜਿਹੜੀ ਹੈਗੀ ਹੈ ਕੁਆਇਨਸ ਨੇਗੇ, ਜਿਵੇਂ ਆਪਣੇ ਇੱਧਰ ਰੁਪਏ ਚੱਲਦੇ ਹੈ, ਠੀਕ ਹੈ, ਹਰ ਫੋਰਨ ਕੰਟਰੀਜ਼ ਡਾਲਰ ਜਾਂ ਯੂਰੋ ਚੱਲਦੇ ਨੇ, ਐਵੇਂ ਉਹ 3000 ਸੋਨੇ ਦੇ ਆਪਾਂ ਸਿੱਕੇ ਕਹਿ ਸਕਦੇ ਹਾਂ, ਉਹ ਲੈਣ ਲਈ ਗਿਆ। ਐਂਟੋਨੀਓ ਹੈਡ ਨੋ ਮਨੀ ਵਿਦ ਹਿਮ ਐਟ ਦੈਟ ਟਾਈਮ ਟੂ ਲੈਂਡ ਹਿਜ਼ ਫਰੈਂਡ, ਉਸ ਵਕਤ ਐਂਟੋਨੀਓ ਕੋਲ ਕੋਈ ਪੈਸਾ ਨਹੀਂ ਹੁੰਦਾ ਆਪਣੇ ਦੋਸਤ ਨੂੰ ਉਧਾਰ ਦੇਣ ਦੇ ਲਈ, ਬਟ ਐਕਸਪੈਕਟਿੰਗ ਟੂ ਹੈਵ ਸਮ ਸ਼ਿਪਸ ਕਮ ਹੋਮ ਸੂਨ ਵਿਦ ਹਿਜ਼ ਗੁਡਸ, ਲੇਕਿਨ ਉਹ ਉਮੀਦ ਕਰ ਰਿਹਾ ਹੁੰਦਾ ਕਿ ਮੇਰੇ ਜਿਹੜੇ ਜਹਾਜ਼ ਨੇ ਉਹ ਜਲਦੀ ਹੀ ਵਾਪਿਸ ਆ ਜਾਣਗੇ ਸਮਾਨ ਦੇ ਨਾਲ ਭਰੇ ਹੋਏ। ਐਂਡ ਹੀ ਵੁੱਡ ਗੋ ਟੂ ਸ਼ਾਇਲੋਕ, ਉਹ ਕਹਿੰਦਾ ਹੀ ਸੈਡ ਹੀ ਵੁੱਡ ਗੋ ਟੂ ਸ਼ਾਇਲੋਕ, ਲੇਕਿਨ ਉਹ ਸਲਾਹ ਦਿੰਦਾ ਕਿ ਤੂੰ ਸ਼ਾਇਲੋਕ ਕੋਲ ਚਲਾ ਜਾ, ਪੈਸੇ ਲੈ ਆ ਉਸ ਤੋਂ ਉਧਾਰ ਜਾ ਕੇ, ਐਂਡ ਬੋਰੋ ਦਾ ਮਨੀ ਅਪੋਨ ਦਾ ਕ੍ਰੈਡਿਟ ਟੂ ਆਫ ਦੋਜ਼ ਸ਼ਿਪਸ, ਅਤੇ ਜਿਹੜਾ ਹੈਗਾ ਤੇਰਾ ਸਾਰਾ ਪੈਸਾ ਮੈਂ ਐਂਟੋਨੀਓ ਨੂੰ ਸ਼ਾਇਲੋਕ ਨੂੰ ਵਾਪਿਸ ਕਰ ਦੂੰਗਾ ਜਦੋਂ ਮੇਰੇ ਜਹਾਜ਼ ਵਾਪਿਸ ਆ ਗਏ। ਐਂਟੋਨੀਓ ਐਂਡ ਬਸਾਨੀਓ ਵੈਂਟ ਟੂ ਸ਼ਾਇਲੋਕ ਐਂਡ ਰਿਕੁਐਸਟਡ ਹਿਮ ਟੂ ਲੈਂਡ ਦੈਮ 3000 ਡਕਟਸ ਅਪੋਨ ਐਨੀ ਇੰਟਰਸਟ ਹੀ ਸ਼ੁੱਡ ਰਿਕਵਾਇਰ ਟੂ ਬੀ ਪੇਡ ਆਊਟ ਆਫ ਦਾ ਗੁਡਸ। ਐਂਟੋਨੀਓ ਅਤੇ ਬਸਾਨੀਓ ਦੋਨੋਂ ਜਣੇ ਮਿਲ ਕੇ ਸ਼ਾਇਲੋਕ ਦੇ ਕੋਲ ਜਾਂਦੇ ਨੇ ਅਤੇ ਰਿਕੁਐਸਟ ਕਰਦੇ ਆ ਉਸਨੂੰ ਕਿ ਸਾਨੂੰ ਪੈਸਾ ਉਧਾਰ ਦੇ ਦੇ, ਕਿੰਨਾ 3000 ਡਕਟਸ ਸਾਨੂੰ ਉਧਾਰ ਦੇ ਦੇ, ਅਪੋਨ ਐਨੀ ਇੰਟਰਸਟ, ਜਿੰਨਾ ਤੂੰ ਵਿਆਜ ਕਹੇਗਾ ਅਸੀਂ ਵਿਆਜ ਤੈਨੂੰ ਓਨਾ ਹੀ ਦੇਵਾਂਗੇ, ਲੇਕਿਨ ਇਹ ਹੈ ਵੀ ਸਾਡਾ ਸਮਾਨ ਆਉਣਾ ਬਾਹਰੋਂ, ਜਦੋਂ ਸਾਡਾ ਸਮਾਨ ਬਾਹਰੋਂ ਆ ਗਿਆ ਅਸੀਂ ਤੈਨੂੰ ਉਦੋਂ ਹੀ ਪੈਸਾ ਦੇ ਦਾਂਗੇ ਵਾਪਿਸ। ਅੰਟਾਨੀਓ ਐਂਡ ਬਸਾਨੀਓ ਵੈਂਟ ਟੂ ਸ਼ਾਇਲੋਕ, ਐਂਟੋਨੀਓ ਅਤੇ ਬਸਾਨੀਓ ਜਿਹੜੇ ਨੇ ਸ਼ਾਇਲੋਕ ਕੋਲ ਜਾਂਦੇ ਆ ਅਤੇ ਉਹਨੂੰ ਰਿਕੁਐਸਟ ਕਰਦੇ ਕਿ ਸਾਨੂੰ ਜਿਹੜਾ ਹੈਗਾ ਤੂੰ ਪੈਸਾ ਉਧਾਰ ਦੇ ਦੇ, ਜਦੋਂ ਸਾਡਾ ਮਾਲ ਵਾਪਿਸ ਆ ਗਿਆ, ਜਹਾਜ਼ ਵਾਪਿਸ ਆ ਗਿਆ, ਅਸੀਂ ਤੈਨੂੰ ਸਾਰਾ ਪੈਸਾ ਵਾਪਿਸ ਕਰ ਦਾਂਗੇ, ਜਿੰਨਾ ਮਰਜ਼ੀ ਜਿਹੜਾ ਹੈਗਾ ਉਹਦਾ ਵਿਆਜ ਹੋਵੇ। ਕੰਟੇਨ ਇਨ ਸ਼ਿਪਸ ਐਟ ਦ ਸੀ, ਲੇਕਿਨ ਐਟ ਪ੍ਰੈਜ਼ੈਂਟ ਜਿਹੜਾ ਹੈਗਾ ਉਹਦੇ ਜਹਾਜ਼ ਜਿਹੜੇ ਨੇ ਸਮੁੰਦਰੀ ਯਾਤਰਾ ਦੇ ਉੱਤੇ ਗਏ ਹੋਏ ਨੇ। ਸ਼ਾਇਲੋਕ ਸੈਡ, Signor Antonio, very often you have railed to me and I have borne it with a patient shrug. ਸ਼ਾਇਲੋਕ ਦਾ ਦਿਮਾਗ ਚੱਲਣ ਲੱਗ ਜਾਂਦਾ ਉੱਥੇ ਹੀ, ਕਿਉਂਕਿ ਬਿਕੋਜ਼ ਹੀ ਇਜ਼ ਅ ਹਾਰਡ ਹਾਰਟਡ ਪਰਸਨ ਐਂਡ ਅ ਵੈਰੀ ਕਨਿੰਗ ਮੈਨ, ਉਹਦਾ ਦਿਮਾਗ ਚੱਲਣ ਲੱਗ ਜਾਂਦਾ। ਉਹ ਕਹਿੰਦਾ ਓਕੇ ਐਂਟੋਨੀਓ, ਵੈਰੀ ਔਫਨ ਯੂ ਹੈਵ ਰੇਲਡ ਐਟ ਮੀ, ਕਈ ਵਾਰ ਤੂੰ ਮੇਰੇ 'ਤੇ ਚਿੱਲਾਇਆ, ਸ਼ਹਿਰ ਦੇ ਵਿੱਚ ਮੇਰੇ ਖਿਲਾਫ ਬੋਲਿਆ। ਰੇਲਡ ਮੀਨਸ ਚਿੱਲਾਣਾ, ਗਾਲੀਆਂ ਕੱਢਣਾ। ਉਹ ਕਹਿੰਦਾ ਕਈ ਵਾਰ ਤੂੰ ਮੈਨੂੰ ਗਾਲਾਂ ਵੀ ਦਿੱਤੀਆਂ। ਐਂਡ ਆਈ ਹੈਵ ਬੋਰਨ ਇਟ ਵਿਦ ਏ ਪੇਸ਼ੈਂਟ ਸ਼ਰਗ, ਅਤੇ ਮੈਂ ਚੁੱਪ-ਚਾਪ ਲੋਕਾਂ ਤੋਂ ਮੇਰੇ ਖਿਲਾਫ ਗਾਲੀਆਂ ਸੁਣੀਆਂ ਵੀ। ਵੈਲ ਦੈਨ ਇਟ ਨਾਓ ਅਪੀਅਰਸ ਯੂ ਨੀਡ ਮਾਈ ਹੈਲਪ, ਫਿਰ ਵੀ ਤੈਨੂੰ ਮੇਰੀ ਲੋੜ ਪਈ ਹੈ ਅਤੇ ਤੂੰ ਮੇਰੇ ਕੋਲ ਆਇਆ। ਡੂ ਯੂ ਥਿੰਕ ਆਈ ਸ਼ੁੱਡ ਲੈਂਡ ਯੂ ਦਾ 3000 ਡਕਟਸ, ਤੈਨੂੰ ਕੀ ਲੱਗਦਾ ਮੈਂ ਤੈਨੂੰ 3000 ਸੋਨੇ ਦੇ ਸਿੱਕੇ ਦੇ ਦੂੰਗਾ? ਐਂਟੋਨੀਓ ਰਿਪਲਾਈਡ, ਐਂਟੋਨੀਓ ਜਵਾਬ ਦਿੰਦਾ, ਇਫ ਯੂ ਵਿਲ ਲੈਂਡ ਮੀ ਦਿਸ ਮਨੀ ਲੈਂਡ ਇਟ ਟੂ ਮੀ ਨਾਟ ਐਜ਼ ਏ ਫਰੈਂਡ, ਨਾਟ ਐਜ਼ ਟੂ ਅ ਫਰੈਂਡ ਬਟ ਰਾਦਰ ਲੈਂਡ ਇਟ ਟੂ ਮੀ ਐਜ਼ ਟੂ ਐਨ ਐਨਮੀ। ਉਹ ਕਹਿੰਦਾ ਹਾਂ ਮੈਨੂੰ ਲੱਗਦਾ ਤੂੰ ਮੈਨੂੰ ਪੈਸੇ ਦੇਵੇਂਗਾ ਇੱਕ ਜਿਹੜਾ ਹੈਗਾ ਫਰੈਂਡ ਦੇ ਨਾਤੇ, ਚਾਹੇ ਤੂੰ ਮੈਨੂੰ ਨਾ ਦੇਵੇਂ, ਲੇਕਿਨ ਇੱਕ ਦੁਸ਼ਮਣ ਹੋਣ ਦੇ ਨਾਤੇ ਤੂੰ ਮੈਨੂੰ ਮੇਰੇ ਪੈਸੇ ਉਧਾਰ ਜ਼ਰੂਰ ਦੇਵੇਂਗਾ। ਐਂਡ ਦੈਨ ਸ਼ਾਇਲੋਕ ਪ੍ਰੀਟੈਂਡਡ ਟੂ ਬੀ ਕਾਇੰਡ, ਫਿਰ ਸ਼ਾਇਲੋਕ ਜਿਹੜਾ ਹੈਗਾ ਉੱਥੇ ਮਤਲਬ ਝੂਠ ਮੂਠ ਬਹਾਨਾ ਜਿਹੜਾ ਮਾਰਦਾ ਦਇਆਲੂ ਹੋਣ ਦਾ, ਸ਼ੋਅ ਕਰਦਾ ਕਿ ਮੈਂ ਠੀਕ ਹਾਂ, ਤੇਰੇ ਲਈ ਅੱਛਾ ਹੈਗਾ। ਸੈਡ ਹੀ ਵੁੱਡ ਲੈਂਡ ਹਿਮ ਦਾ 3000 ਡਕਟਸ, ਕਹਿੰਦਾ ਠੀਕ ਹੈ ਤੈਨੂੰ ਮੈਂ 3000 ਸੋਨੇ ਦੇ ਸਿੱਕੇ ਦੇ ਦੇਣਾ। ਐਂਡ ਟੇਕ ਨੋ ਇੰਟਰਸਟ ਫॉर ਹਿਜ਼ ਮਨੀ, ਠੀਕ ਹੈ, ਜਿਹੜਾ ਪੈਸਾ ਮੈਂ ਤੈਨੂੰ ਦਊਂਗਾ ਉਹਦੇ ਲਈ ਮੈਂ ਤੇਰੇ ਤੋਂ ਵਿਆਜ ਵੀ ਨਹੀਂ ਲਊਂਗਾ,
एंटोनियो शुड गो विद हिम टू ए लॉयर, ओनली एंटोनियो शुड गो विद हिम टू ए लॉयर, लेकिन एंटोनियो मेरे नाल एक वकील दे कोल चलूगा एंड साइन इन मैरिज स्पॉट ए बॉन्ड, तो उत्थे जाके एक जिहड़ा हैगा मैरिज स्पॉट मतलब मैरिज स्पॉट जस्ट फॉर ए फन, ठीक है। एक आप वैसे ही एक स्टाम्प पेपर के उत्ते मतलब लिखती रूप के आप लिखवा लाँगे दैट ही है इफ़ ही है डिड नॉट रीपे द मनी, जेकर एंटोनियो पैसा वापस नहीं करता बाय अ सर्टन डे, एक पर्टिकुलर डे के उत्ते पैसा वापस नहीं करूँगा, ही वुड फोरफीट ए पाउंड ऑफ फ्लैश, तो मैं एंटोनियो दे जिहड़ा हैगा पूरी बॉडी दे विचों कितों भी एक मांस का टुकड़ा जिहड़ा हैगा वो कढ लूँगा, टू बी कट ऑफ फ्रॉम एनी पार्ट ऑफ हिज बॉडी दैट शाइलॉक प्लीज्ड, तो मैं उदों ही खुश होऊंगा जदों मैनू एंटोनियो के शरीर के पूरे शरीर के विचों किसी एक हिस्से का पूरा मांस का टुकड़ा मिल जूगा। आई विल साइन दिस बॉन्ड सैड एंटोनियो, एंटोनियो कहता ठीक है मैं जिहड़ा हैगा ये जिहड़ा बॉन्ड हैगा ये साइन करन नूं तैयार हाँ। एट लास्ट अगेंस्ट द एडवाइस ऑफ बेसानियो, बेसानियो ने इस चीज़ को मना भी किया कि नहीं करना, पर एंटोनियो साइन द बॉन्ड, लेकिन एंटोनियो ने बॉन्ड साइन करता। द रिच हायरस दैट बेसानियो विश्ड टू मैरी लिव्ड नीयर वेनिस, अमीर बाप की जिहड़ी लड़की सी पोर्शिया, वो जिहड़ी जिहदे नाल बेसानियो मैरिज करना चाहता सी, वो वेनिस दे विच रहिंदी सी एट ए प्लेस कॉल्ड बेलमोंट, उस शहर का नाम सी बेलमोंट। हर नेम वॉज पोर्शिया, उसका नाम पोर्शिया सी। बेसानियो नाउ सैट आउट फॉर बेलमोंट अटेंडेड बाय अनदर फ्रेंड बाय द नेम ऑफ ग्रेशानियो, बेसानियो बेलमोंट जाने की तैयारी करता है जिथे कि उसका एक अपना दोस्त रहिंदा हुंदा है ग्रेशानियो, उसदे कोल चला जाता है। बेसानियो वॉज सक्सैसफुल इन विनिंग द हैंड ऑफ पोर्शिया, बेसानियो जिहड़ा है वो पोर्शिया का हथ मंगन दे विच पूरी तरह सक्सैसफुल हो जाता है, हथ मंगन च सक्सैसफुल हो जाता है मीनस उहदे नाल मैरिज करन लई वो पोर्शिया तैयार है। एंड कन्फेस्ड टू हर, तो उसनूं मनांदा है दैट ही हैड नो फॉर्चून, शी हू लवड हिम फॉर हिज वर्दी क्वालिटीज़ आंसर्ड, वो कहता भी मैं तैनूं जिहड़ा हैगा प्यार करदा, तू मेरे लिए बड़ी किस्मत वाली है, मेरे कोल कुछ भी नहीं हैगा। पोर्शिया पहला तो ही बेसानियो नूं प्यार करती हुंदी है, तो वो कहती है भी ठीक है माई सैल्फ एंड वट इज़ माइन, वो कहती जो मेरा है वही तेरा है, ठीक है, इज़ नाउ योर्स, वो हुण तेरा है। आई गिव दैम विद दिस रिंग, मैं तैनूं एक अंगूठी देन जा रही हाँ। एंड शी प्रेजेंटेड ए रिंग टू बेसानियो, तो वह बेसानियो नूं एक अंगूठी जिहड़ी हैगी वह ऑफर करती है। बेसानियो वॉज सो ओवरपावर्ड विद ग्रैटिट्यूड एट हर ग्रेशियस मैनर, बेसानियो नूं यह सुन के बहुत ज़्यादा खुशी होंदी है, तो वह अपने आप को बड़ा एक ग्रेशियस मैनर के फील करता है, मतलब तो दैट टेकिंग द रिंग, उन्होंने जो अंगूठी दे रही होंगी है पोर्शिया, तो उन्होंने बड़ा अच्छा लगता है। ही वोड नैवर टू पार्ट विद इट, वो वोड होंदा कसम खाना, वो कसम खाता है कि मैं इस अंगूठी तो कभी अलग नहीं होऊंगा। ग्रेशानियो एंड नेरिसा पोर्शियाज मेड इन वेटिंग टुक अ लाइकिंग टू ईच अदर, ग्रेशानियो कौन है बेसानियो का फ्रेंड, उधरों नेरिसा कौन दिखाई है पोर्शिया की मेड, वो नौकरानी दिखाई है। वो बेसानियो का दोस्त तो पोर्शिया की नौकरानी, ये दोनों आपस एक दूजे को प्यार करते हैं, यह भी जोड़ा है टुके लाइकिंग टू ईच अदर, एक दूजे को पसंद करते हैं। एंड विश्ड टू बी मैरिड एट द सेम टाइम एज बेसानियो एंड पोर्शिया, तो एक दूजे के नाल गल करके मतलब सोचते हैं भी असी भी उसी दिन ब्याह कर लेंगे जिस दिन पोर्शिया तो बेसानिया का ब्याह होना है। देयर हैप्पीनैस वॉज टर्नड टू ग्रेव सोरो बाय अ मैसेंजर, लेकिन जल्दी ही उन्हों की खुशी जी हैगी है दुख विच बदल जाती है। वो किमें बदल जाती है, एक बंदा आता है, एक मैसेंजर आता है, हू ब्रॉट ए लैटर फ्रॉम एंटोनियो, एंटोनियो ने उस बंदे को भेजा एक लैटर दे के। वैन बेसानियो रेड एंटोनियोज लैटर, जदों बेसानियो एंटोनियो की चिट्ठी पढ़ता है, ही टर्नड पेल, तक बहुत ज़्यादा वो दुखी हो जाता है, घबरा जाता है। ही दैन टोल्ड पोर्शिया ऑफ हिज बोरोइंग द मनी फ्रॉम एंटोनियो, फिर वह दसदा पोर्शिया को सारी गल कि असी किमें किमें पैसा उधार लिता, किमें किमें जिहड़ा हैगा एंटोनियो ने मेरे लिए रिस्क लिता, एंड ऑफ एंटोनियोस प्रोक्योरिंग इट फ्रॉम शाइलॉक, तो एंटोनियो ने जिहड़ा हैगा किमें प्रोक्योरिंग की हुंदा है पैसा लेना, एंटोनियो ने किमें शाइलॉक तो पैसा लिता। एंड ऑफ द बॉन्ड बाय विच एंटोनियो हैड एग्री टू फोरफिट ए पाउंड ऑफ फ्लैश, तो किमें एंटोनियो ने बॉन्ड साइन किया, ਉਹਦੇ ਵਿੱਚ लिखवाया कि 1 पाउंड फ्लैश ਜਿਹੜਾ ਹੈਗਾ मांस का टुकड़ा एंटोनियो की बॉडी ਵਿੱਚੋਂ लिता जाऊगा इफ इट वॉज नॉट रिपेड बाय अ सर्टन डे, इफ इट वॉज नॉट रीपेड बाय अ सर्टन डे, जे एक
चुने हुए पर्टिकुलर दिन ते उन्हें पैसा वापस ना किया तो एंटोनियो का मांस का टुकड़ा लिता जाएगा। बसानियो दैन रेड एंटोनियोज लैटर, बसानियो फिर एंटोनियो की चिट्ठी पढ़ता रहता है। द वर्ड्स ऑफ विच वर स्वीट बसानियो, जिदे विच लिखा गया सी मेरे प्यारे दोस्त बसानियो, माई शिप्स आर ऑल लोस्ट, मेरे सारे समुद्री जहाज़ डुब गए ने। माई बॉन्ड टू शाइलॉक इज़ फोरफिटेड, हुण मेरा जिहड़ा हैगा बॉन्ड शाइलॉक के प्रति जिहड़ा हैगा सैक्रीफाइस, फोरफिटेड हुंदा सैक्रीफाइस करना, जिहड़ा शाइलॉक दे कोल मेरा बॉन्ड है। एंड इन सिंस पेइंग इट, हुण समा आ गया पूरा करन दा। इट इज़ इम्पॉसिबल आई शुड लिव, हुण यह मैनू लग रहा कि मैं वाली देर ज़्यादा देर जिंदा नहीं रहूँगा। आई विश टू सी यू एट माई डैथ, मैं मरन लगे ही तैनू हुण मिलूँगा। पोर्शिया then said she would be married to Bassanio before he set out to give him a legal right to her money। पोर्शिया फिर कहती बसानियो नूं भी हुण मैं तेरे नाल उदों ही मैरिज करूँगी जदों मैं तैनूं कानूनी अधिकार दे दूँगी अपने हसबैंड होने का। एंड दैट सेम डे दे वर मैरिड, उसी दिन वो दोनों जने विआह कर लेंदे हैं जिस दिन वो उन्होंने चिट्ठी मिलती है। एंड ग्रेशेनियो वॉज ऑल्सो मैरिड टू नैरिसा। बसानियो एंड ग्रेशानियो सैट आउट इन अ ग्रेट हेस्ट फॉर वैनिस, तो ग्रेशानियो तो नरीसा, पोर्शिया तो बसानियो उसी दिन विआह कर लेंदे ने। तो बसानियो तो ग्रेशानियो जिहड़े दोनों दोस्त ने वो जल्दी काली काली दे विच वैनिस वल चले जाते हैं। वेयर बसानियो फाउंड एंटोनियो इन प्रिजन, जिथे बसानियो जिहड़ा हैगा एंटोनियो नूं एक जेल दे विच मिलन जांदा है क्योंकि शाइलॉक ने उसनूं पकड़ लिया हुंदा है। शाइलॉक रिफ्यूज्ड टू एक्सैप्ट द मनी दैट बसानियो ऑफर्ड, शाइलॉक बाद विच पैसा लैन तो भी मना कर दिंदा कि मैनू कोई पैसा नहीं चाहिए क्योंकि बसानियो अपनी वाइफ पोर्शिया तो लैके आंदा 3000 डकट्स। एंड अ डे वॉज सैट टू ट्राई दिस शॉकिंग केस बिफोर द ड्यूक ऑफ वैनिस, तो कहता भी ये पैसा हुण मैं नहीं लऊँगा। अज का दिन सीगा, करार होया सी, अज का दिन पूरा निकल चुकिया, हुण जिहड़ा हैगा सारा केस अपना आपां राजे कोल लड़ांगे, कोर्ट केस लड़ांगे। क्योंकि अजकल के टाइम के बच्चे जिहड़ा हैगा कोर्ट केस हुंदे ने, पहलां तां राजे ही फैसला करते हुंदे सी। Portia meanwhile began to think if she could by any means try and save the life of Bassanio's dear friend, and at once resolved to go herself to Venice and speak in Antonio's defense। Portia meanwhile began to think, ਇੰਨੀ ਦੇਰ ਦੇ ਵਿੱਚ पोर्शिया ਜਿਹੜੀ ਹੈਗੀ ਸੋਚਣ ਲੱਗ ਜਾਂਦੀ ਹੈ ਵੀ ਕੀ ਕੀਤਾ ਜਾਵੇ, ਕਿਸ ਤਰੀਕੇ ਨਾਲ ਮੈਂ ਬਸਾਨੀਓ ਦੇ ਦੋਸਤ ਦੀ ਜਿਹੜੀ ਜ਼ਿੰਦਗੀ ਹੈ ਉਹ ਬਚਾ ਸਕਦੀ ਹਾਂ। ਤੇ ਫਿਰ ਉਹ ਇੱਕਦਮ ਵੈਨਿਸ ਦੇ ਵਿੱਚ ਜਾਂਦੀ ਹੈ ਤੇ ਐਂਟੋਨੀਓ ਦੇ ਡਿਫੈਂਸ ਦੇ ਵਿੱਚ ਐਂਟੋਨੀਓ ਦੇ ਵਾਸਤੇ ਲੜਨ ਲਈ ਤਿਆਰ ਹੋ ਜਾਂਦੀ ਹੈ। ਉਹ ਕਿਵੇਂ ਲੜਦੀ ਹੈ ਦੱਸਿਆ ਵੇ। पोर्शिया हैड ए रिलेशन नेम्ड बिलैरियो, पोर्शिया का एक खास दोस्त हुंदा बिलैरियो, हू वॉज ए काउंसलर इन द लॉ, जिहड़ा कि कानून दे विच एक वकील दिखाया गया। शी रोट टू हिम, वह उसनूं चिट्ठी लिखदी है। एंड वैन द मैसेंजर रिटर्न, जदों चिट्ठी वापस आती है पोर्शिया दे कोल, ही ब्रॉट लैटर्स ऑफ एडवाइस फ्रॉम बिलैरियो, तो बिलैरियो उसनूं चिट्ठी दे विच कुछ एडवाइसिस लिख के भेजदा है अबाउट हाउ टू हैंडल द केस। उहदे विच कुछ हिदायतां लिखियां हुंदियां ने कि वह किवें जिहड़ा हैगा वह केस नूं हैंडल कर सकदी है। पोर्शिया ड्रेस्ड हरसेल्फ एंड हर मेड नैरिसा इन मैनस क्लोथिंग सैटिंग बट इमीजिएटली, पोर्शिया जिहड़ा हैगी है अपने आप नूं एक जिहड़ा वकील दे जिहड़े है कपड़े पा लैंदी है। एंड हर मेड नैरिसा इन मैनस क्लोथिंग, तो नैरिसा ते पोर्शिया दोनों जिहड़े एक वकील दे कपड़े पा के कोर्ट विच चले जाते हैं। सैटिंग बट इमीजिएटली दे अराइव्ड इन वैनिस ऑन द वैरी डे ऑफ द ट्रायल, जिस दिन यह कोर्ट केस दे विच केस जिहड़ा कोर्ट दे विच जाना हुंदा उसी दिन उत्थे पहुँच जांदियां ने। द केस वॉज जस्ट गोइंग टू बी हर्ड इन द सेनेट हाउस। वट इज़ सीनेट हाउस? सीनेट हाउस जस्ट लाइक द कोर्ट्स टूडे वी हैव लाइक दैट, है ना। उत्थे केस जिहड़ा हैगा जिथे सुनवाई हो रही होंदी है कोर्ट केस दे विच उत्थे पहुँच जांदियां ने। वैन पोर्शिया एंटर्ड, जदों पोर्शिया उत्थे दाखिल हुंदी है एंड प्रेजेंटेड ए लैटर फ्रॉम बिलैरियो, तां ओह उहदे हत्थ विच एक चिट्ठी हुंदी है जिहड़ी कि बिलैरियो ने उहनूं भेजी हुंदी है। द लर्नड काउंसलर रोट टू द ड्यूक सेइंग ही वॉज सिक एंड रिक्वेस्टेड दैट ही लर्नड यंग डॉक्टर बाल्थसर ही कॉल्ड पोर्शिया माइट बी परमिटेड टू टेक हिज प्लेस। वो फिर ड्यूक जिहड़ा हैगा ड्यूक दे कोल जिहड़ा काउंसलर हुंदा वो ड्यूक दे कोलों चिट्ठी लैके जांदा राजे कोल। वो कहंदा भी जिहड़ा अज दा वकील सीगा बिलैरियो वो बीमार हो गया, डॉक्टर बाल्थसर की जिहड़ी हैगी रिपोर्ट नाल लगी हुई है, इस करके वो कहंदा मैं अपने दोस्त नूं भेज रहा, यह मेरा जिहड़ा हैगा केस लड़ूगी अज तो बाद। पोर्शिया का जिहड़ा नाम हुंदा ना आह बाल्थसर हुंदा, पोर्शिया अपना नाम झूठा रख लैंदी है बाल्थसर। वो बिलैरियो लिख के भेजदा भी मेरा दोस्त जिहड़ा हैगा बाल्थसर वो मेरा केस लड़ूगा। दिस द ड्यूक ग्रांटेड, यह राजे नूं इहदी सहमति जिहड़ी हैगी देनी पैंदी है। दो ही वॉज क्वाइट सरप्राइज्ड एट द यंग यूथफुल अपीयरेंस ऑफ द स्ट्रेंजर,
हालांकि राजे ਨੂੰ बड़ी हैरानी ਹੁੰਦੀ है भी इन्ना नौजवान लड़का ਜਿਹੜਾ ਹੈਗਾ पता नहीं वो केस लड़ पाऊगा या नहीं लड़ पाऊगा, लेकिन राजे ਦੇ ਲਈ ਵੀ ਉਹ ਜਿਹੜਾ ਬੈਲਥਸਰ ਹੁੰਦਾ मीनस पोर्शिया एक अजनबी ਹੁੰਦਾ। एंड नाउ बिगिन दिस इंपॉर्टेंट ट्रायल। कोर्ट केस शुरू हो जाता है। पोर्शिया लुकड अराउंड हर, पोर्शिया अपने आसे पासे सारा देखती है। एंड शी न्यू द मर्सीलैस मनी लैंडर, ਉਹਦੀ ਨਜ਼ਰ ਜਿਹੜੀ ਸ਼ਾਇਲੋਕ ਤੇ ਵੀ ਜਾਂਦੀ ਹੈ। ਐਂਡ ਸ਼ੀ ਸਾ ਬਸਾਨੀਓ ਬਟ ਹੀ ਨਿਊ ਹਰ ਨਾਟ ਇਨ ਹਰ ਡਿਸਗਾਈਜ਼, ਉਹ ਬਸਾਨੀਓ ਵੱਲ ਦੇਖਦੀ ਹੈ ਲੇਕਿਨ ਬਸਾਨੀਓ ਵੱਲ ਦੇਖ ਕੇ ਕੋਈ ਐਕਸ਼ਨ ਸ਼ੋ ਨਹੀਂ ਕਰਦੀ ਕਿ ਬਸਾਨੀਓ ਉਸਨੂੰ ਪਹਿਚਾਣ ਨਾ ਜਾਵੇ, ਕਿਉਂਕਿ ਉਹ ਜਿਹੜੇ ਵਕੀਲ ਦੇ ਕੱਪੜਿਆਂ 'ਚ ਹੁੰਦੀ ਹੈ। The importance of the arduous task that Portia had taken up gave her the courage she needed. The importance of the arduous task, arduous task means difficult task, लेकिन ਜਿਹੜਾ पोर्शिया ਦੇ ਸਾਹਮਣੇ ਹੁੰਦਾ ਇੱਕ ਬਹੁਤ ਹੀ ਮੁਸ਼ਕਿਲ ਭਰਿਆ ਜਿਹੜਾ ਹੁੰਦਾ ਕੰਮ ਉਹਨੇ ਕਰਨਾ ਹੁੰਦਾ, ਫਿਰ ਵੀ ਉਸ ਨੂੰ ਬੜੀ ਹਿੰਮਤ ਜੁਟਾਉਣੀ ਪੈਂਦੀ ਹੈ। ਫਸਟ ਆਫ ਆਲ ਸ਼ੀ ਐਡਰੈਸਡ ਹਰਸੈਲਫ ਟੂ ਸ਼ਾਇਲੋਕ, ਸਭ ਤੋਂ ਪਹਿਲਾਂ ਸ਼ਾਇਲੋਕ ਨੂੰ ਆਪਣਾ ਪਰਿਚੈ ਦਿੰਦੀ ਹੈ, ਉਹ ਆਪਣੀ ਇੰਟਰੋਡਕਸ਼ਨ ਦਿੰਦੀ ਹੈ। ਐਂਡ ਸਪੋਕ ਸੋ ਸਵੀਟਲੀ ਆਫ ਦ ਨੋਬਲ ਕੁਆਲਿਟੀ ਆਫ ਮਰਸੀ, ਅਤੇ ਉਹਨੂੰ ਥੋੜ੍ਹੀ ਛੋਟੀ ਜਿਹੀ ਸਪੀਚ ਦਿੰਦੀ ਹੈ ਵੀ ਆਪਾਂ ਨੂੰ ਲੋਕਾਂ ਦੇ ਪ੍ਰਤੀ ਦਇਆ ਭਾਵ ਰੱਖਣਾ ਚਾਹੀਦਾ। that would have softened any other heart but the unfeeling Shylocks। ਉਹ ਸੋਚਦੇ ਵੀ ਸ਼ਾਇਦ ਮੇਰੀ ਛੋਟੀ ਜਿਹੀ ਸਪੀਚ ਨਾਲ ਸ਼ਾਇਲੋਕ ਦਾ ਮਨ ਪਿਘਲ ਜੇ, ਲੇਕਿਨ ਉਹਦਾ ਮਨ ਨਹੀਂ ਪਿਘਲਦਾ। she said that it was a double blessing। ਉਹ ਕਹਿ ਰਹੀ ਹੈ ਵੀ ਤੂੰ ਆਪਣਾ ਜਿਹੜਾ ਜੇ ਤੇਰਾ ਦਿਲ ਪਿਘਲ ਗਿਆ ਨਾ, ਤੈਨੂੰ ਲੋਕ ਦੁਆਵਾਂ ਦੇਣਗੇ, but it blessed the person who was merciful and not the person who received it। ठीक है, लोग दुआवां तैनू देणगे, तैनू मिलणगियां दुआवां, तू बदल जा, लेकिन शायलोक दे उत्ते उस चीज़ का कोई असर नहीं हुंदा। शायलोक ओनली आंसर्ड हर बाय डिजायरिंग टू हैव द पेनल्टी फोरफिटेड इन द बॉन्ड। शायलोक की कहंदा, शायलोक कह रहे हैं कि नहीं, मैनू तां जिहड़ा हैगा जुर्माना चाहिए, एंटोनियो दे जिहड़ा मांस का एक टुकड़ा चाहिए। इज़ ही नॉट एबल टू पे द मनी। पोर्शिया पूछदी है कि उहदे कोल पैसे हैं नहीं देने वास्ते। बसानियो then offered the Jew the payment of the 3000 ducats as many times over as he wanted। ਇੱਕਦਮ ਬਸਾਨੀਓ ਖੜਾ ਹੋ ਜਾਂਦਾ ਹੈ, ਉਹ ਕਹਿੰਦਾ ਜੱਜ ਜਿਹੜਾ ਹੁੰਦਾ ਰਾਜਾ ਹੁੰਦਾ, ਉਹਨੂੰ ਕਹਿੰਦਾ ਜੱਜ ਸਾਹਿਬ, ਰਾਜਾ ਜੀ ਸਾਡੇ ਕੋਲ ਹੈਗੇ ਹੈ 3000 ਸੋਨੇ ਦੇ ਸਿੱਕੇ, ਆਹ ਦੇਖੋ। ਵੈਨ ਸ਼ਾਇਲੋਕ ਡਿਡ ਨੋਟ ਵਾਂਟ ਦਾ ਮਨੀ, ਲੇਕਿਨ ਸ਼ਾਇਲੋਕ ਇਹਨਾਂ ਨੂੰ ਲੈਣਾ ਹੀ ਨਹੀਂ ਚਾਹੁੰਦਾ। पोर्शिया ग्रेवली आंसर्ड, पोर्शिया दुखी होकर, ग्रेवली मीनस दुखी होकर जवाब दिंदी है दैट लॉज वंस एस्टैबलिश मस्ट नैवर बी अल्टर्ड। एक बारी कानून बन गया तो उन्होंने आप तोड़ नहीं सकते। शायलोक हियरिंग पोर्शिया सेज दैट द लॉ कैन नॉट बी चेंज। शायलोक बड़ा हैरानी नाल पोर्शिया वाल देखदा भी ये तो वकील इन्हां दा मेरी तरफ गल करन लग गया। ठीक है, वो कहता हाँ हाँ एक बारी कानून बन जाता चेंज नहीं हुंदा। आ डेनियल इज़ कम टू जजमेंट। ठीक है, आ डेनियल मतलब एक ਇਹੋ ਜਿਹਾ ਬੰਦਾ ਸਾਡੇ ਸਾਹਮਣੇ ਆਉਣਾ ਚਾਹੀਦਾ ਜਿਹੜਾ ਕਿ ਨਾ ਉਧਰਲੀ ਪਾਰਟੀ ਦਾ ਨਾ ਉਧਰਲੀ ਪਾਰਟੀ ਦਾ, ਨਿਊਟਰਲ ਪਰਸਨ ਸਾਡੇ ਸਾਹਮਣੇ ਆਉਣਾ ਚਾਹੀਦਾ ਜਜਮੈਂਟ ਲਈ। ਉਹ ਵਾਈਜ਼ ਯੰਗ ਜੱਜ, ਹਾਊ ਆਈ ਡੂ ਆਨਰ ਯੂ। ਤਾਂ ਸ਼ਾਇਲੋਕ ਉਹਦਾ ਮਜ਼ਾਕ ਉਡਾਉਂਦਾ ਪੋਰਸ਼ੀਆ ਦਾ ਕਿ ਤੂੰ ਜਿਹੜਾ ਹੈਗਾ ਦੋਨੋਂ ਪਾਸੇ ਦਾ ਬਣ ਕੇ ਆਇਆ, ਮੈਂ ਤੇਰੀ ਰਿਸਪੈਕਟ ਕਰਦਾ, ਹੁਣ ਤੂੰ ਦੱਸ ਮੈਂ ਤੇਰੇ ਸਨਮਾਨ ਦੇ ਵਿੱਚ ਕੀ ਜਿਹੜਾ ਹੈਗਾ ਉਹ ਪੇਸ਼ ਕਰਾਂ। ਹਾਊ ਮਚ ਐਲਡਰ ਆਰ ਯੂ ਦੈਨ ਯੋਰ ਲੁਕਸ। ਜਿੰਨੀ ਤੇਰੀ ਦੇਖਣ ਨੂੰ ਤੂੰ ਲੱਗਦਾ ਹੈ ਉਸ ਤੋਂ ਬਾਅਦ ਤੇਰੀ ਉਮਰ ਕਿੰਨੀ ਹੈ। पोर्शिया नाउ वांटेड टू लुक एट द बॉन्ड। हुण पोर्शिया जिहड़ी हैगी फिर खड़ी होकर बॉन्ड उहदे हत्थ विच हुंदा, पढ़दी है उसनूं चंगी तरह। एंड वैन शी हैड रेड इट, जदों चंगी तरह सारे बॉन्ड नूं पढ़ लैंदी है, शी सैड, वो कहंदी बाय दिस बॉन्ड द मनी लैंडर कैन लॉफुली क्लेम ए पाउंड ऑफ फ्लैश। पैसा लैण वाले इंसान ने लिखे है, पैसा देन वाले इंसान ने इस लिखे है कि मैं कानून के मुताबिक ये मांस का एक टुकड़ा लऊँगा टू बी कट ऑफ नीयरस्ट एंटोनियोज हार्ट। एंटोनियो दे दिल दे कोलों मैं ਇਹਦਾ एक मांस का टुकड़ा लऊँगा। शायलोक नाउ स्टार्टेड शार्पनिंग ए लॉन्ग नाइफ। ये गल सुन के शायलोक की करता अपना चाकू तिखा करन लग जाता है। लुकिंग ईगरली टूवर्ड्स एंटोनियो शायलोक सैड कम आर यू रेडी। बड़िया ਉਹਦੇ ਨਾਲ ਕਨਿੰਗ ਅੱਖਾਂ ਦੇ ਨਾਲ ਉਹ ਐਂਟੋਨੀਓ ਵੱਲ ਦੇਖਦਾ ਤੇ ਸ਼ਾਇਲੋਕ ਫਿਰ ਕਹਿੰਦਾ ਐਂਟੋਨੀਓ ਆਰ ਯੂ ਰੈਡੀ। ਵੇਟ ਅ ਲਿਟਲ ਸੈਡ ਪੋਰਸ਼ੀਆ। पोर्शिया कहती एक मिनट इंतज़ार कर, देयर इज़ समथिंग एल्स। मैनू इस बॉन्ड दे विच कुछ लग रहा है। दिस बॉन्ड हेयर गिव्स यू नो ड्रॉप ऑफ ब्लड। इस बॉन्ड दे विच ये तो लिखिया नहीं भी कोई खून का कतरा नहीं गिरूगा। द वर्ड्स एक्सप्रैसली आर ए पाउंड ऑफ फ्लैश। वर्ड्स सिर्फ ये लिखे हुए हैं कि एक मांस का टुकड़ा। If in this cutting off the pound of flesh you shed one drop of blood, your lands and goods will by the law belong to the state of Venice। जे मांस का टुकड़ा कटते हुए एक भी खून का कतरा गिर गया तो तेरी सारी प्रॉपर्टी जिहड़ी हैगी है, सारी जमीन, सारिया चीज़ां वैनिस जिहड़ी हैगी है कोर्ट ऑफ वैनिस नूं चलिया जाणगियां।
Now, as it was utterly impossible for Shylock to cut off the pound of flesh without shedding some of the Antonio's blood, ਹੁਣ ਸ਼ਾਇਲੋਕ ਲਈ ਇਹ ਤਾਂ ਬੜੀ ਮੁਸੀਬਤ ਹੋ ਗਈ ਸੀ, ਬਿਨਾਂ ਖੂਨ ਬਹੇ ਉਹ ਇੱਕ ਮਾਸ ਦਾ ਟੁਕੜਾ ਕਿਵੇਂ ਲੈਂਦਾ। This was discovery of Portia's that it was flesh and not blood that was named in the bond। ਇਹ ਪੋਰਸ਼ੀਆ ਨੇ ਖੋਜ ਕੱਢੀ ਉਸ ਚਿੱਠੀ ਦੇ ਵਿੱਚੋਂ, ਉਹਨੇ ਕਿਹਾ ਵੀ ਜਿਹੜਾ ਮਾਸ ਦਾ ਟੁਕੜਾ ਤੂੰ ਲੈ ਲੈ ਲੇਕਿਨ ਖੂਨ ਦਾ ਇੱਕ ਕਤਰਾ ਵੀ ਬਹਿਣਾ ਨਹੀਂ ਚਾਹੀਦਾ। ਸੇਵਡ ਦਾ ਲਾਈਫ ਆਫ ਐਂਟੋਨੀਓ, ਇਹ ਗੱਲ ਕਰਕੇ ਉਸਨੇ ਐਂਟੋਨੀਓ ਦੀ ਜ਼ਿੰਦਗੀ ਬਚਾ ਲਈ। ਐਂਡ ਗ੍ਰੇਸ਼ੀਆਨੋ ਐਕਸਕਲੇਮਡ, ਓ ਵਾਈਜ਼ ਐਂਡ ਅਪਰਾਈਟ ਜੱਜ। ਗ੍ਰੇਸ਼ੀਆਨੋ ਖੜਾ ਕੇ ਕਹਿੰਦਾ, ਵੈਰੀ ਗੁੱਡ, ਵੈਰੀ ਵਾਈਜ਼ ਮੈਨ ਯੂ ਆਰ। ਸ਼ਾਇਲੋਕ ਫਾਈਂਡਿੰਗ ਹਿਮਸੈਲਫ ਡਿਫੀਟਡ, ਸ਼ਾਇਲੋਕ ਸਭ ਦੇ ਸਾਹਮਣੇ ਹਾਰ ਗਿਆ। ਐਂਡ ਸੈਡ that he would take the money and Bassanio rejoicing at Antonio's unexpected deliverance। ਉਹ ਕਹਿੰਦਾ ਠੀਕ ਹੈ ਮੈਂ ਪੈਸਾ ਲੈਣ ਨੂੰ ਤਿਆਰ ਹਾਂ, rejoicing at Antonio's unexpected deliverance, ਤੇ ਮੇਰੇ ਵੱਲੋਂ ਐਂਟੋਨੀਓ ਸਹੀ ਸਲਾਮਤ ਚਲਾ ਜਾਵੇ। ਤੇ cried out, here is the money। ਠੀਕ ਹੈ, ਇੱਕਦਮ ਭੱਜ ਕੇ ਪੈਂਦਾ, ਉਹ ਕਹਿੰਦਾ ਆ ਪੈਸਾ ਤਾਂ ਆ ਪਿਆ। ਉਹ ਪੈਸਾ ਜਦੋਂ ਚੱਕਣ ਜਾਂਦਾ ਹੈ ਬਟ ਪੋਰਸ਼ੀਆ ਸਟਾਪਡ ਹਿਮ, ਪੋਰਸ਼ੀਆ ਉੱਥੇ ਹੀ ਉਹਨੂੰ ਰੋਕ ਦਿੰਦੀ ਹੈ, ਕਹਿੰਦੀ by the law of Venice your wealth is forfeited। ਵੈਨਿਸ ਦੇ ਕਾਨੂੰਨ ਦੇ ਮੁਤਾਬਿਕ ਇਹ ਪੈਸਾ ਵੀ ਹੁਣ ਤੇਰਾ ਨਹੀਂ ਹੈਗਾ। ਇਹ ਪੈਸਾ ਕੀ ਹੈ? ਟੂ ਦ ਸਟੇਟ ਫॉर ਹੈਵਿੰਗ ਕੰਸਪਾਇਰਡ ਅਗੇਂਸਟ ਦ ਲਾਈਫ ਆਫ ਵਨ ਆਫ ਇਟਸ ਸਿਟੀਜ਼ਨਸ। ਇਹ ਪੈਸਾ ਵੀ ਹੁਣ ਵੈਨਿਸ ਦੀ ਕੋਰਟ ਦਾ ਹੈ। ਕਿਉਂ? ਕਿਉਂਕਿ ਤੂੰ ਬਾਹਰੋਂ ਆਇਆ। ਤੂੰ ਕਿੱਥੋਂ ਆਇਆ? ਬੈਲਮੋਂਟ ਤੋਂ ਨਹੀਂ ਆਇਆ, ਬੈਲਮੋਂਟ ਤੋਂ ਨਹੀਂ ਹੈਗਾ। ਬੈਲਮੋਂਟ ਤੋਂ ਨਾ ਹੋਣ ਕਰਕੇ, ਤੂੰ ਬਾਹਰਲਾ ਬੰਦਾ ਹੋਣ ਕਰਕੇ ਬੈਲਮੋਂਟ ਦੇ ਬੰਦੇ ਦਾ ਕਿਵੇਂ ਖੂਨ ਬਹਾ ਸਕਦਾ, ਕਿਵੇਂ ਮਾਸ ਦਾ ਟੁਕੜਾ ਲੈ ਸਕਦਾ? ਇਸ ਕਰਕੇ ਇਹ ਪੈਸਾ ਵੀ ਹੁਣ ਤੇਰਾ ਨਹੀਂ ਹੈਗਾ। ਐਂਡ ਯੋਰ ਲਾਈਫ ਲਾਈਜ਼ ਐਟ ਦ ਮਰਸੀ ਆਫ ਦ ਡਿਊਕ। ਹੁਣ ਤੂੰ ਆਪਣੀ ਜ਼ਿੰਦਗੀ ਬਚਾਉਣ ਬਾਰੇ ਸੋਚ। ਜਿਹੜਾ ਵੈਨਿਸ ਦਾ ਰਾਜਾ ਹੈ ਹੁਣ ਉਹ ਤੇਰੀ ਜ਼ਿੰਦਗੀ ਦਾ ਫੈਸਲਾ ਕਰੂਗਾ। ਦ ਡਿਊਕ ਦੈਨ ਸੈਡ ਟੂ ਸ਼ਾਇਲੋਕ, ਰਾਜੇ ਨੇ ਫਿਰ ਸ਼ਾਇਲੋਕ ਨੂੰ ਕਿਹਾ, ਆਈ ਗ੍ਰਾਂਟ ਯੂ ਯੋਰ ਲਾਈਫ ਬਿਫੋਰ ਯੂ ਆਸਕ ਇਟ। ਪਹਿਲਾਂ ਹੀ ਉਸ ਤੋਂ ਪਹਿਲਾਂ ਤੂੰ ਮੇਰੇ ਹਾੜੇ ਕੱਢੇ, ਤੂੰ ਮੇਰੇ ਕੋਲ ਆਪਣੀ ਜਾਨ ਦੀ ਭੀਖ ਮੰਗੇ, ਤੇਰੀ ਜ਼ਿੰਦਗੀ ਮੈਂ ਤੈਨੂੰ ਵਾਪਿਸ ਕਰਦਾ। ਹਾਫ ਯੋਰ ਵੈਲਥ ਬਿਲੋਂਗਸ ਟੂ ਐਂਟੋਨੀਓ, ਤੇਰੀ ਅੱਧੀ ਜਾਇਦਾਦ ਐਂਟੋਨੀਓ ਕੋਲ ਚਲੀ ਜਾਊਗੀ। ਐਂਡ ਦਾ ਅਦਰ ਹਾਫ ਕਮਸ ਟੂ ਦ ਸਟੇਟ, ਤੇ ਅੱਧੀ ਜਾਇਦਾਦ ਜਿਹੜੀ ਹੈਗੀ ਹੈ ਤੇਰੀ ਉਹ ਜਿਹੜੇ ਕਹਿੰਦੇ ਤੇਰੀ ਦੇਸ਼ ਨੂੰ ਚਲੀ ਜਾਊਗੀ, ਤੇਰੇ ਸ਼ਹਿਰ ਨੂੰ ਚਲੀ ਜਾਊਗੀ। ਦ ਜਨਰਸ ਐਂਟੋਨੀਓ ਦੈਨ ਸੈਡ, ਬੜਾ ਦਿਆਲੂ ਕਿਸਮ ਦਾ ਐਂਟੋਨੀਓ, ਬੜਾ ਦਿਆਲੂ ਕਿਸਮ ਦਾ ਸੀ। ਉਹਨੇ ਕਿਹਾ ਕਿ ਦੈਟ ਹੀ ਵੁੱਡ ਗਿਵ ਅਪ ਹਿਜ਼ ਸ਼ੇਅਰ ਆਫ ਸ਼ਾਇਲੋਕਸ ਵੈਲਥ। ਉਹ ਕਹਿੰਦਾ ਵੀ ਨਹੀਂ, ਮੈਨੂੰ ਸ਼ਾਇਲੋਕ ਦੀ ਜਿਹੜੀ ਉਹ ਦੌਲਤ ਹੈਗੀ ਉਹ ਨਹੀਂ ਚਾਹੀਦੀ। ਇਫ ਸ਼ਾਇਲੋਕ ਵੁੱਡ ਸਾਈਨ ਏ ਡੀਡ ਟੂ ਹੈਂਡ ਇਟ ਓਵਰ ਐਟ ਹਿਜ਼ ਡੈਥ ਟੂ ਹਿਜ਼ ਡਾਟਰ ਐਂਡ ਹਰ ਹਸਬੈਂਡ, ਜੇ ਸ਼ਾਇਲੋਕ ਇੱਕ ਬੌਂਡ ਸਾਈਨ ਕਰ ਦੇਵੇ ਕਿ ਉਹਦੇ ਮਰਨ ਤੋਂ ਬਾਅਦ ਉਹਦੀ ਸਾਰੀ ਦੌਲਤ ਉਹਦੀ ਕੁੜੀ ਦੀ ਹੈ ਤੇ ਉਹਦੇ ਦਮਾਦ ਦੀ ਹੈ, ਤਾਂ ਫਿਰ ਦ ਡਿਊਕ ਨਾਓ ਰਿਲੀਜ਼ਡ ਐਂਟੋਨੀਓ, ਤਾਂ ਫਿਰ ਜਿਹੜਾ ਹੈਗਾ ਰਾਜਾ ਉਸ ਨੂੰ ਉਹ ਕਹਿੰਦਾ ਵੀ ਮੈਂ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਮੈਨੂੰ ਇਹ ਦੌਲਤ ਨਹੀਂ ਚਾਹੀਦੀ, ਆਪਣੀ ਕੁੜੀ ਤੇ ਆਪਣੇ ਜਮਾਈ ਦਾ ਨਾਮ ਕਰ ਦੇਵੇ। ਐਂਡ ਡਿਸਮਿਸ ਦਾ ਕੋਰਟ, ਐਂਟੋਨੀਓ ਉੱਥੋਂ ਚਲਾ ਜਾਂਦਾ ਅਤੇ ਕੋਰਟ ਜਿਹੜੀ ਹੈ ਡਿਸਮਿਸ ਹੋ ਜਾਂਦੀ ਹੈ। ਦ ਡਿਊਕ ਐਂਡ ਹਿਜ਼ ਸੀਨੇਟਰਸ ਲੈਫਟ ਦਾ ਕੋਰਟ, ਰਾਜਾ ਅਤੇ ਸੀਨੇਟਰਸ ਮਤਲਬ ਮੈਂਬਰਸ, ਕੋਰਟ ਦੇ ਜਿਹੜੇ ਦੂਸਰੇ ਮੈਂਬਰਸ ਨੇ ਉਹ ਉੱਥੋਂ ਚਲੇ ਜਾਂਦੇ ਨੇ ਕੋਰਟ ਛੱਡ ਕੇ। ਐਂਡ ਬਸਾਨੀਓ ਐਂਡ ਐਂਟੋਨੀਓ ਆਸਕਡ ਪੋਰਸ਼ੀਆ ਟੂ ਐਕਸੈਪਟ ਦ 3000 ਡਕਟਸ ਫॉर ਹਰ ਹੈਲਪ ਐਂਡ ਸਕਿਲਫੁਲ ਹੈਂਡਲਿੰਗ ਦਾ ਕੇਸ। ਬਸਾਨੀਓ ਅਤੇ ਐਂਟੋਨੀਓ ਪੋਰਸ਼ੀਆ ਨੂੰ ਉਸਦੇ ਸਾਰੇ ਪੈਸੇ ਵਾਪਸ ਕਰ ਦਿੰਦੇ ਅਤੇ ਉਹਨੂੰ ਸ਼ਾਬਾਸ਼ੀ ਦਿੰਦੇ ਆ ਕਿ ਤੈਨੇ ਇੰਨਾ ਅੱਛਾ ਕੇਸ ਜਿਹੜਾ ਹੈਗਾ ਹੈਂਡਲ ਕੀਤਾ। ਬਟ ਪੋਰਸ਼ੀਆ ਵੁੱਡ ਨਾਟ ਐਕਸੈਪਟ ਦਾ ਮਨੀ, ਲੇਕਿਨ ਪੋਰਸ਼ੀਆ ਪੈਸਾ ਜਿਹੜਾ ਹੈਗਾ ਉਹ ਐਕਸੈਪਟ ਨਹੀਂ ਕਰਦੀ। ਬਟ ਆਸਕਡ ਫॉर ਦ ਰਿੰਗ, ਉਹ ਕਹਿੰਦੇ ਹਾਂ ਮੇਰੀ ਰਿੰਗ ਦਿਖਾ ਕਿੱਥੇ ਹੈ। ਠੀਕ ਹੈ, ਲਾਸਟ ਵਿੱਚ ਕਹਿੰਦੀ ਹੈ ਬਟ ਵਿਚ ਸ਼ੀ ਹੈਡ ਗਿਵਨ ਬਸਾਨੀਓ, ਉਹ ਕਹਿੰਦੀ ਬਸਾਨੀਓ ਨੇ ਮੈਂ ਇੱਕ ਅੰਗੂਠੀ ਦਿੱਤੀ ਸੀ, ਬਸਾਨੀਓ ਮੈਨੂੰ ਅੰਗੂਠੀ ਦਿਖਾ ਦੇਵੇ, ਮੈਨੂੰ ਪੈਸੇ ਨਹੀਂ ਚਾਹੀਦੇ। ਐਂਡ ਵਿਚ ਵਾਜ਼ ਅਪੋਨ ਹਿਜ਼ ਫਿੰਗਰ, ਉਹ ਅੰਗੂਠੀ ਇਹਦੀ ਉਂਗਲੀ 'ਚ ਹੋਣੀ ਚਾਹੀਦੀ ਹੈ। ਬਸਾਨੀਓ ਵਾਜ਼ ਸੋਰੋ ਸਟ੍ਰਿਕਨ, ਬਸਾਨੀਓ ਪ੍ਰੋਬਲਮ 'ਚ ਆ ਜਾਂਦਾ ਹੈ। ਦੈਟ ਦ ਕਾਊਂਸਲਰ ਸ਼ੁੱਡ ਆਸਕ ਹਿਮ ਫॉर ਦ ਓਨਲੀ ਥਿੰਗ ਹੀ ਕੁਡ ਨਾਟ ਪਾਰਟ ਵਿਦ ਬਟ ਹੀ ਹੈਡ ਟੂ ਪਾਰਟ ਵਿਦ ਇਟ। ਉਹਨੂੰ ਪਤਾ ਨਹੀਂ ਹੁੰਦਾ ਬਸਾਨੀਓ ਨੂੰ ਕਿ ਇਹ ਪੋਰਸ਼ੀਆ ਹੈ, ਕਿਉਂਕਿ ਪੋਰਸ਼ੀਆ ਤਾਂ ਵਕੀਲ ਦੇ ਰੂਪ 'ਚ ਖੜੀ ਹੁੰਦੀ ਹੈ। ਉਹ ਕਹਿੰਦੀ ਵੀ ਆਹ ਅੰਗੂਠੀ ਮੈਨੂੰ ਤੇਰੀ ਬੜੀ ਪਸੰਦ ਹੈ, ਮੈਂ ਪੈਸੇ ਨਹੀਂ ਲੈਣੇ, ਫੀਸ ਤੇ ਨਹੀਂ ਚਾਹੁੰਦੇ ਹੋ ਮੇਰੀ, ਤਾਂ ਮੈਨੂੰ ਆਹ ਬਸਾਨੀਓ ਦੇ ਹੱਥ ਦੀ ਅੰਗੂਠੀ ਚਾਹੀਦੀ ਹੈ। ਲੇਕਿਨ ਬਸਾਨੀਓ ਦੁੱਖ ਵਿੱਚ ਦੁਖੀ ਹੋ ਜਾਂਦਾ। ਉਹ ਕਹਿੰਦਾ ਵੀ ਮੈਂ ਅੰਗੂਠੀ ਕਿਵੇਂ ਦੇਵਾਂ, ਮੈਨੇ ਤਾਂ ਪੋਰਸ਼ੀਆ ਨੂੰ ਪ੍ਰੋਮਿਸ ਕੀਤਾ ਸੀ ਵੀ ਮੈਂ ਅੰਗੂਠੀ ਆਪਣੇ ਤੋਂ ਅਲੱਗ ਨਹੀਂ ਕਰੂੰਗਾ। ਐਂਡ ਦੈਨ ਦ ਕਲਰਕ ਨੈਰੀਸਾ ਹੂ ਹੈਡ ਆਲਸੋ ਗਿਵਨ ਗ੍ਰੇਸ਼ਾਨੋ ਏ ਰਿੰਗ, ਉਸ ਤੋਂ ਬਾਅਦ ਨੈਰੀਸਾ ਕਹਿੰਦੀ ਹੈ ਗ੍ਰੇਸ਼ਾਨੀਓ ਨੂੰ ਵੀ ਮੈਂ ਤੈਨੂੰ ਇੱਕ ਅੰਗੂਠੀ ਦਿੱਤੀ ਸੀ, ਉਹ ਮੈਨੂੰ ਦੇ। ਬੈਗਡ ਫॉर ਹਿਜ਼ ਰਿੰਗ ਐਂਡ ਗ੍ਰੇਸ਼ਾਨੀਓ ਗਿਵ ਇਟ ਟੂ ਹਰ। ਉਸ ਤੋਂ ਬਾਅਦ ਜਿਹੜਾ ਹੈਗਾ ਬਾਅਦ ਵਿੱਚ ਪੋਰਸ਼ੀਆ ਅਤੇ ਨੈਰੀਸਾ ਦੱਸ ਦਿੰਦੀਆਂ ਨੇ ਵੀ ਅਸੀਂ ਵਕੀਲ ਨਹੀਂ ਸੀ, ਅਸੀਂ ਤਾਂ ਦੋਨੋਂ ਆਹ ਜਣੀਆਂ ਹੈਗੀਆਂ, ਅਤੇ ਆਪਣੀ ਆਪਣੀ ਅੰਗੂਠੀ ਬਸਾਨੀਓ ਅਤੇ ਗ੍ਰੇਸ਼ਾਨੀਓ ਦੋਨਾਂ ਨੂੰ ਦੇ ਦਿੰਦੇ ਆ। There was a sequable when the 1000 reached home, reached home, but then Portia narrated how she had come to be Balthazar and Nerissa her clerk। ਉੱਥੇ ਜਿਹੜਾ ਹੈਗਾ ਲੜਾਈ, ਸਕੁਐਬਲ ਮਤਲਬ ਲੜਾਈ,
ठीक है। उत्थे एक जिहड़ी लड़ाई है वो खत्म हो जाती है तो फिर पोर्शिया दस दिंदी है भी मैं बैल्थाजर किवें बनी, मैं वकील किवें बनी, नैरिसा मेरी क्लर्क किवें बनी। एल वॉज नाउ वेल particularly as Antonio received news to the safe return of his ships। ठीक है, इन्ने नूं खबर आती है कि जड़े एंटोनियो के जहाज़ ने वो सही सलामत वो वापस आ गए। So, how the students how the chapter was going on, how you understood this chapter, was I able to understand, let you understand the chapter thoroughly or not? Please give me your comments. Thank you so much. Yeah, students, look at these questions, part A and part B. There are the answer these questions within 20 words each, and B part answer the questions in 30 to 40 words, and here are the C part in 80 to 100 words, and D part read these sentences and answer the questions that follow. And somehow there are the back exercises like that. These are the back exercises. Students, I will post the answers of these questions and the solved exercise of the book in your WhatsApp group. Very soon, when once you will see this video, understand this chapter, afterward I will post all the question answer exercises books in the WhatsApp group. Thank you so much.